यानी कि द्वैश ਦੀ ਬਿਰਤੀ ਰੱਖ ਕੇ ਲੋਕ ਆਪਸ ਵਿੱਚ ਹੀ ਖਹਿ ਖਹਿ ਕੇ ਮਰ ਰਹੇ ਹਨ ਬਹੁ ਪ੍ਰਕਾਰ ਨਾਲ। ਵਰਤਿਆ ਪਾਪ ਜਗਤਰ ਤੇ ਧੌਲ ਉਡੀਣਾ ਨਿਸ ਦਿਨ ਰੋਆ। ਜਗਤ ਦੇ ਵਿੱਚ ਪਾਪ ਵਰਤ ਗਿਆ ਸਾਰੇ ਸੰਸਾਰ ਵਿੱਚ। ਧਰਤੀ ਦੇ ਥੱਲੇ ਜਿਹੜਾ ਧਰਮ ਰੂਪੀ ਧੌਲਾ ਬਲਦ ਹੈ, ਆਮ ਕਰਕੇ ਕਿਹਾ ਜਾਂਦਾ ਵੀ ਧਰਤੀ ਥੱਲੇ ਬਲਦ ਹੈ, ਬਲਦ ਨੇ ਧਰਤੀ ਚੁੱਕੀ ਹੈ। ਪਰ ਸਤਿਗੁਰੂ ਜੀ ਨੇ ਬਚਨ ਕਹੇ ਨੇ ਕਿ ਧਰਤੀ ਥੱਲੇ ਜਿਹੜਾ ਬਲਦ ਹੈ ਉਹ ਧਰਮ ਦਾ ਬਲਦ ਹੈ। ਧੌਲ ਧਰਮ ਦਇਆ ਕਾ ਪੂਤ। ਭਾਈ ਸਾਹਿਬ ਉਸੇ ਧਰਮ ਰੂਪੀ ਧੌਲੇ ਦੀ ਗੱਲ ਕਰਦੇ ਨੇ। ਕਹਿੰਦੇ ਸਾਰੇ ਜਗਤ ਦੇ ਵਿੱਚ ਪਾਪ ਵਰਤ ਗਿਆ ਔਰ ਇਸ ਧਰਤੀ ਨੂੰ ਜਿਹੜਾ ਧਰਮ ਰੂਪੀ ਬਲਦ ਚੁੱਕੀ ਬੈਠਾ ਹੈ ਉਹ ਦੁਖੀ ਹੋ ਗਿਆ, ਉਹ ਰੋ ਪਿਆ। ਯਾਨੀ ਕਿ ਕੂੜ ਅਮਾਵ ਦਿਸੈ ਨਾਹੀ ਕਹਿ ਚੜਿਆ, ਹੋ ਭਾਲ ਵਿਕੁੰਨੀ ਹੋਈ, ਅੰਧੇਰਾ ਰਾਹੋ ਨਾ ਕੋਈ। ਇਹ ਸੰਸਾਰ ਦਾ ਵਰਤਾਰਾ ਇਸ ਤਰ੍ਹਾਂ ਚੱਲ ਪਿਆ। ਜਿਹੜਾ ਧਰਮ ਰੂਪੀ ਧੌਲਾ ਸੀ ਉਹ ਉਡੀਣਾ ਤੇ ਦੁਖੀ ਹੋ ਕਰਕੇ ਰੋਇਆ। ਬਾਜ ਦਇਆ ਬਲਹੀਣ ਹੋਏ, ਨਿਕਰ ਚਲੇ ਰਸਾਤਲ ਟੋਆ। ਦਇਆ ਤੋਂ ਬਿਨਾ ਧਰਮ ਦਾ ਬਲਹੀਣਾ ਹੋ ਗਿਆ, ਕਿਉਂਕਿ ਲੋਕਾਂ ਦੀ ਬਿਰਤੀ ਕਸਾਈਆਂ ਵਾਲੀ ਹੋ ਗਈ। ਦਇਆ ਤੋਂ ਵਿਹੂਣੇ ਜਿਹੜੇ ਲੋਕ ਸਨ ਉਹ ਬਲਹੀਣੇ ਹੋ ਗਏ, ਯਾਨੀ ਕਿ ਧਰਮ ਬਲਹੀਣਾ ਹੋ ਗਿਆ। ਨਿੱਗਰ ਚਲੇ ਰਸਾਤਲ ਟੋਆ। ਕਹਿੰਦੇ ਧਰਮ ਜਿਹੜਾ ਸੀ ਉਹ ਨਿੱਗਰ ਹੀ ਚੱਲਿਆ ਥੱਲੇ, ਜਿਵੇਂ ਕੋਈ ਰਸਾਤਲ ਵਿੱਚ ਪਤਾਲ ਦੇ ਵਿੱਚ ਧਸ ਗਿਆ ਹੋਵੇ। ਖੜਾ ਇੱਕ ਤੇ ਪੈਰ ਤੇ ਪਾਪ ਸੰਗ ਬਹੁ ਭਾਰਾ ਹੋਆ। ਕਲਯੁਗ ਵਿੱਚ ਧਰਮ ਦਾ ਇੱਕੋ ਹੀ ਪੈਰ ਸੀ, ਹੁਣ ਉਹ ਇੱਕ ਪੈਰ ਵੀ ਡਾਵਾਂਡੋਲ ਹੋਣ ਲੱਗ ਪਿਆ। ਜਦੋਂ ਡਾਵਾਂਡੋਲ ਹੋਣ ਲੱਗ ਪਿਆ, ਪਾਪਾਂ ਦੇ ਸੰਗ ਬਹੁਤ ਜ਼ਿਆਦਾ ਧਰਤੀ ਭਾਰਾ ਕ੍ਰਿਤ ਹੋ ਗਈ ਤੇ ਧਰਮ ਜਿਹੜਾ ਸੀ ਉਹ ਡਾਵਾਂਡੋਲ ਹੋਣ ਲੱਗ ਪਿਆ। ਉਹਦਾ ਜਿਹੜਾ ਇੱਕ ਪੈਰ ਸੀ ਦਇਆ ਦਾ, ਉਹ ਵੀ ਟਿਕਿਆ ਨਜ਼ਰ ਨਹੀਂ ਆਉਂਦਾ। ਥੰਮੇ ਕੋਏ ਨਾ ਸਾਧ ਬਿਨ, ਸਾਧ ਨਾ ਦਿਸੈ ਜਗ ਵਿੱਚ ਕੋਆ। ਹੁਣ ਉਸ ਧਰਮ ਰੂਪੀ ਧੌਲੇ ਨੂੰ ਥੰਮ ਦੇਣ ਲਈ, ਆਸਰਾ ਦੇਣ ਲਈ ਜਗਤ ਦੇ ਵਿੱਚ ਕੋਈ ਸਾਧੂ ਚਾਹੀਦਾ, ਪੂਰਨ ਵਲੀ ਚਾਹੀਦਾ। ਉਹ ਕੋਈ ਦਿਸਦਾ ਨਹੀਂ ਕਲਯੁਗ ਦੇ ਸਮੇਂ ਵਿੱਚ। ਸੰਸਾਰ ਦੇ ਵਿੱਚ ਕੋਈ ਐਸਾ ਮਹਾਤਮਾ, ਕੋਈ ਐਸਾ ਸਾਧੂ ਕਲਯੁਗ ਵਿੱਚ ਨਜ਼ਰ ਨਹੀਂ ਸੀ ਆਉਂਦਾ। ਧਰਮ ਧੌਲ ਪੁਕਾਰੇ ਤਲੈ ਖੜੋਆ। ਔਰ ਜਿਹੜਾ ਧਰਮ ਰੂਪੀ ਧੌਲਾ ਹੈ ਉਹ ਧਰਤੀ ਹੇਠ ਥੱਲੇ ਖੜ ਕੇ ਅਰਦਾਸਾਂ ਕਰਦਾ ਅਕਾਲ ਪੁਰਖ ਦੇ ਚਰਨਾਂ ਵਿੱਚ। ਭਾਰਾ ਕਿਰਤ ਹੋਤ ਜਬ ਧਰਨੀ। ਭਾਈ ਸੰਤੋਖ ਸਿੰਘ ਜੀ ਨੇ ਵੀ ਲਿਖਿਆ ਕਿ ਜਦੋਂ ਧਰਤੀ ਰਸਾਤਲ ਵਿੱਚ ਜਾਣ ਲੱਗੀ, ਉਹਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ, ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਹੇ ਵਾਹਿਗੁਰੂ ਮੈਨੂੰ ਧੀਰਜ ਦਿਓ, ਮੈਨੂੰ ਥੰਮ ਦਿਓ, ਮੇਰੇ ਕੋਲੋਂ ਪਾਪੀਆਂ ਦਾ ਭਾਰ ਨਹੀਂ ਪਿਆ ਚੁੱਕ ਹੁੰਦਾ। ਇੱਦਾਂ ਜਦੋਂ ਧਰਤੀ ਨੇ ਤੇ ਧੌਲੇ ਨੇ, ਯਾਨੀ ਕਿ ਧਰਮ ਰੂਪੀ ਬੈਲ ਨੇ ਪਰਮੇਸ਼ਰ ਅੱਗੇ ਅਰਦਾਸ ਕੀਤੀ, ਅਰਜ਼ੋਈ ਕੀਤੀ, ਤੇ ਅਕਾਲ ਪੁਰਖ ਪਰਮੇਸ਼ਰ ਨੇ ਫਿਰ ਅਰਦਾਸ ਸੁਣੀ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਕਹਿੰਦੇ ਦਾਤਾਰ ਨੇ, ਅਕਾਲ ਪੁਰਖ ਨੇ, ਵਾਹਿਗੁਰੂ ਨੇ, ਪਰਮੇਸ਼ਰ ਨੇ ਪੁਕਾਰ ਸੁਣੀ। ਜਦੋਂ ਪੁਕਾਰ ਸੁਣੀ ਤੇ ਫਿਰ ਅਕਾਲ ਪੁਰਖ ਨੇ ਆਪਣੇ ਸਵਰੂਪ ਗੁਰੂ ਨਾਨਕ ਸਾਹਿਬ ਨੂੰ ਇਸ ਮਾਤ ਲੋਕ ਦੀ ਧਰਤੀ ਤੇ ਭੇਜਿਆ। ਜਦੋਂ ਧਰਤੀ ਨੇ ਅਰਦਾਸ ਕੀਤੀ, ਕਲਮਲ ਹੋਈ, ਮੇਦਨੀ ਅਰਦਾਸ ਕਰੇ ਲਿਵ ਲਾਏ, ਤਾਂ ਉਸ ਵੇਲੇ ਅਕਾਲ ਪੁਰਖ ਪਰਮੇਸ਼ਰ ਨੇ ਅਰਦਾਸ ਸੁਣੀ। ਔਰ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਅਕਾਲ ਪੁਰਖ ਜੀ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਕੇ ਇਸ ਮਾਤ ਲੋਕ ਦੀ ਧਰਤੀ ਤੇ ਭੇਜੇ ਆਏ। ਚਰਨ ਧੋਏ ਰਹਿ ਰਾਸ ਕਰ, ਚਰਣਾ ਅੰਮ੍ਰਿਤ ਸਿੱਖਾਂ ਪੀ ਲਾਇਆ। ਸਤਿਗੁਰੂ ਜੀ ਨੇ ਚਰਨ ਧੋਣ ਦੀ ਜਿਹੜੀ ਰੋਹ ਰੀਤ ਸੀ, ਰਹਿਆਸ ਦਾ ਮਤਲਬ ਹੈ ਰੋਹ ਰੀਤ ਚਲਾਈ, ਗੁਰਸਿੱਖਾਂ ਨੂੰ ਚਰਨੋਦਕ ਸਿਖਾ ਕੇ ਪਿਲਾਇਆ, ਯਾਨੀ ਕਿ ਨਿਮਰਤਾ ਤੇ ਭਗਤੀ ਸਿੱਖਾਂ ਨੂੰ ਸਿਖਾਈ। ਨਿਮਰਤਾ ਔਰ ਭਗਤੀ ਜਿਹੜੀ ਆ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਸਿਖਾਈ। ਪਾਰ ਬ੍ਰਹਮ ਪੂਰਨ ਬ੍ਰਹਮ,
ਕਲ ਜੁਗ ਅੰਦਰ ਇੱਕ ਦਿਖਾਇਆ। ਪਾਰ ਬ੍ਰਹਮ ਪੂਰਨ ਜੋ ਬ੍ਰਹਮ ਹੋ ਕੇ ਸਾਰਿਆਂ ਵਿੱਚ ਵਿਆਪਕ ਹੈ, ਗੁਰੂ ਨਾਨਕ ਸਾਹਿਬ ਨੇ ਕਲਯੁਗ ਵਿੱਚ ਇੱਕ ਹੀ ਵਿਖਾਇਆ ਕਿ ਇੱਕੋ ਬ੍ਰਹਮ ਹੈ ਭਾਈ। ਉਹਨੂੰ ਕੋਈ ਰਾਮ ਰਾਮ ਕਹਿੰਦਾ, ਕੋਈ ਅੱਲਾ ਅੱਲਾ ਕਹਿੰਦਾ, ਕੋਈ ਬੋਲਾ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਾਈਆਂ, ਕੋਈ ਅਲਾਏ। ਇੱਕੋ ਹੀ ਹੈ ਸਾਰੇ ਸੰਸਾਰ ਦੇ ਵਿੱਚ। ਕਲਯੁਗ ਵਿੱਚ ਮਹਾਰਾਜ ਜੀ ਨੇ ਇੱਕ ਹੀ ਬ੍ਰਹਮ ਸਾਰੇ ਪਾਸੇ ਪਸਰਿਆ ਹੋਇਆ ਵਿਖਾਇਆ ਕਿ ਇੱਕ ਦੇ ਹੀ ਤੁਸੀਂ ਬਹੁਤ ਸਾਰੇ ਨਾਮ ਆਪੋ ਆਪਣੇ ਤਰੀਕਿਆਂ ਨਾਲ ਰੱਖੇ ਹੋਏ ਹਨ। ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਧਰਮ ਦੇ ਚਾਰੇ ਪੈਰ ਸਤਿਗੁਰੂ ਜੀ ਨੇ ਕਾਇਮ ਕੀਤੇ, ਬਣਾ ਦਿੱਤੇ। ਚਾਰ ਵਰਨਾਂ ਨੂੰ ਇੱਕ ਕਰ ਦਿੱਤਾ। ਆਖਿਆ ਭਾਈ ਇੱਕੋ ਹੀ ਜਾਤੀ ਹੈ ਸੰਸਾਰ ਦੇ ਵਿੱਚ, ਮਨੁੱਖ ਜਾਤੀ। ਬਾਕੀ ਚਾਰੇ ਵਰਨਾਂ ਨੂੰ ਇੱਕ ਜਗ੍ਹਾ ਤੇ ਇਕੱਠਿਆਂ ਕਰਕੇ ਆਪਣਾ ਸਿੱਖ ਬਣਾਇਆ ਗੁਰੂ ਨਾਨਕ ਸਾਹਿਬ ਨੇ। ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦਾ ਭੇਦ ਜਿਹੜਾ ਸੀ ਉਹ ਮਹਾਰਾਜ ਜੀ ਨੇ ਖਤਮ ਕਰਕੇ ਚਾਰਾਂ ਨੂੰ ਇੱਕ ਵਰਨ ਕਰ ਦਿੱਤਾ ਔਰ ਸੰਪੂਰਨ ਮਨੁੱਖ ਦੀ ਸਿਰਜਣਾ ਗੁਰੂ ਨਾਨਕ ਸਾਹਿਬ ਨੇ ਕੀਤੀ। ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ। ਔਰ ਸਤਿਗੁਰੂ ਜੀ ਨੇ ਧਾਰਮਿਕ ਜਗਤ ਦੇ ਵਿੱਚ ਕੋਈ ਰਾਣਾ ਰਾਜਾ ਹੋਵੇ ਭਾਵੇਂ ਕੋਈ ਕੰਗਾਲ ਹੋਵੇ, ਉਹਨਾਂ ਨੂੰ ਇੱਕ ਸਮਾਨ ਕਰਕੇ ਜਾਣਨਾ। ਜਦੋਂ ਧਾਰਮਿਕ ਜਗਤ ਦੇ ਵਿੱਚ ਅਸੀਂ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਂਦੇ, ਇੱਥੇ ਭਾਵੇਂ ਕੋਈ ਰਾਜਾ ਤੇ ਭਾਵੇਂ ਕੋਈ ਭਿਖਾਰੀ, ਦੋਵੇਂ ਇੱਕ ਸਮਾਨ ਹੀ ਨੇ। ਧਾਰਮਿਕ ਸਥਾਨ ਤੋਂ ਬਾਹਰ ਭਾਵੇਂ ਕੋਈ ਰਾਜਾ ਸਦਾਂਦਾ ਫਿਰੇ ਤੇ ਭਾਵੇਂ ਕੋਈ ਕੰਗਾਲ ਸਦਾਂਦਾ ਫਿਰੇ। ਜਦੋਂ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆ ਗਿਆ ਇੱਥੇ ਭਾਈ, ਫਿਰ ਰਾਜਾ ਰੰਕ ਦੋਵੇਂ ਇੱਕ ਬਰਾਬਰ ਨੇ, ਗੁਰੂ ਨਾਨਕ ਸਾਹਿਬ ਨੇ ਸਿਧਾਂਤ ਦਿੱਤਾ। ਔਰ ਪੈਰੀ ਪੈਣਾ ਯਾਨੀ ਕਿ ਨਿਮਰਤਾ ਜਿਹੜੀ ਸੀ ਉਹ ਜੱਗ ਦੇ ਵਿੱਚ ਮਹਾਰਾਜ ਜੀ ਨੇ ਲੋਕਾਂ ਨੂੰ ਚਲਾ ਕੇ ਸਿਖਾਈ। ਯਾਨੀ ਕਿ ਧਾਰਮਿਕ ਭਾਵ ਦੇ ਵਿੱਚ ਗੁਰਦੇਵ ਨੇ ਗਰੀਬੀ ਅਮੀਰੀ ਦੀ ਜਿਹੜੀ ਵਿੱਥ ਸੀ ਉਹਨੂੰ ਮਿਟਾ ਕੇ ਆਪਸੀ ਸਹੋਦਰਤਾ ਦਾ ਜਿਹੜਾ ਭਾਵ ਸੀ, ਭਾਈਚਾਰਕ ਭਾਵ ਸੀ, ਉਹ ਮਹਾਰਾਜ ਜੀ ਨੇ ਸੰਸਾਰ ਦੇ ਲੋਕਾਂ ਨੂੰ ਸਿਖਾਇਆ ਕਿ ਭਾਈ ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਗਰੀਬ ਹੈ, ਤੁਸੀਂ ਆਪਸ ਦੇ ਵਿੱਚ ਸਹੋਦਰ ਭਾਵ ਦੇ ਨਾਲ ਰਹਿਣਾ ਸਮਾਜ ਦੇ ਵਿੱਚ। ਇਹ ਵਰਤਾਰਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਜਗਤ ਦੇ ਵਿੱਚ ਵਰਤਾਇਆ। ਉਲਟਾ ਖੇਲ ਪਰਮ ਦਾ, ਪੈਰਾਂ ਉੱਪਰ ਸੀਸ ਨਿਵਾਇਆ। ਵੇਖੋ ਪ੍ਰਮਾਤਮਾ ਦਾ, ਪਰਮੇਸ਼ਰ ਦਾ ਉਲਟਾ ਕੌਤਕ ਸੀ। ਸਿਰ ਸਭ ਤੋਂ ਉੱਤੇ ਹੁੰਦਾ, ਪੈਰ ਥੱਲੇ ਨੇ ਜ਼ਮੀਨ ਤੇ। ਪਰ ਮਹਾਰਾਜ ਜੀ ਨੇ ਪੈਰਾਂ ਦੀ ਪੂਜਾ ਯਾਨੀ ਕਿ ਨਿਮਰਤਾ ਸਿਖਾਈ ਲੋਕਾਂ ਨੂੰ। ਲੋਕਾਂ ਨੂੰ ਨਿਉਣ ਦੀ ਜਿਹੜੀ ਮੱਤ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿਖਾਈ। ਸਿਰ ਉੱਚਾ ਹੁੰਦਾ, ਸਿਰ ਨੂੰ ਤਾਂ ਨਹੀਂ ਕੋਈ ਮੱਥਾ ਟੇਕਦਾ। ਪੈਰ ਸਭ ਤੋਂ ਨੀਵੇਂ ਹੁੰਦੇ ਨੇ, ਪੂਜੇ ਜਾਂਦੇ ਨੇ। ਮਹਾਂਪੁਰਸ਼ਾਂ ਸਾਧੂਆਂ ਦੇ ਆਪਾਂ ਚਰਨਾਂ 'ਤੇ ਹੀ ਮੱਥਾ ਟੇਕਦੇ, ਉਹਨਾਂ ਦੇ ਸਿਰ ਨੂੰ ਤਾਂ ਨਹੀਂ ਨਮਸਕਾਰ ਕਰਦੇ। ਕਹਿੰਦੇ ਲੋਕਾਂ ਨੂੰ ਗੁਰਦੇਵ ਨੇ ਨਿਮਰਤਾ ਤੇ ਹਲੀਮੀ ਦਾ ਭਾਵ ਜਿਹੜਾ ਉਹ ਸਿਖਾਇਆ ਕਿ ਹਉਮੈ ਤੇ ਹੈਂਕੜ ਨੂੰ ਛੱਡ ਕੇ ਵਿਨਿਮਰਤਾ ਦਾ ਭਾਵ ਆਪਣੇ ਹਿਰਦੇ ਵਿੱਚ ਧਾਰਨ ਕਰੋ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਕਲਯੁਗ ਦੇ ਜੀਵਾਂ ਨੂੰ ਸਤਿਗੁਰੂ ਬਾਬਾ ਜੀ ਨੇ ਤਾਰਿਆ, ਸੱਚੇ ਨਾਮ ਦਾ ਮੰਤਰ ਪੜ੍ਹ ਕੇ ਸੁਣਾਇਆ ਸਾਰਿਆਂ ਨੂੰ। ਆਖਿਆ ਭਾਈ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਗੁਰਮੰਤਰ ਦਾ ਅਭਿਆਸ ਕਰੋ, ਗੁਰਮੰਤਰ ਦਾ ਜਾਪ ਜਪੋ। ਇਹ ਦਾਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਦੇ ਸਾਰੇ ਪ੍ਰਾਣੀਆਂ ਨੂੰ ਬਖਸ਼ਿਸ਼ ਕੀਤੀ। ਕਲ ਤਾਰਨ ਗੁਰੂ ਨਾਨਕ ਆਇਆ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਲਯੁਗ ਦੇ ਜੀਵਾਂ ਨੂੰ ਤਾਰਨ ਵਾਸਤੇ ਆਏ। ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਸੰਸਾਰ ਦੇ ਵਿੱਚ ਆਏ। ਉਹਨਾਂ ਦੇ ਆਉਣ ਦਾ ਇਹੀ ਕਾਰਨ ਹੈ ਕਿ ਜਿਹੜੇ ਕਲਯੁਗ ਦੇ ਜੀਵ ਨੇ ਉਹਨਾਂ ਨੂੰ ਪਾਰ ਉਤਾਰਨਾ, ਇਸ ਭਵ ਸਾਗਰ ਤੋਂ, ਸੰਸਾਰ ਤੋਂ ਪਾਰ ਉਤਾਰਨਾ। ਉਹ ਕਿਸੇ ਵੀ ਮਜ਼ਹਬ ਮਤ ਨਾਲ ਸੰਬੰਧਿਤ ਹੋਣ। ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਦਇਆ ਦ੍ਰਿਸ਼ਟੀ ਕਰਕੇ ਤਾਰਿਆ ਕਲਯੁਗ ਵਿੱਚ, ਉਹ ਤਾਰੇ ਹਨ। ਹੁਣ ਵੀ ਤਾਰ ਰਹੇ ਨੇ, ਅੱਗੇ ਨੂੰ ਵੀ ਸਤਿਗੁਰੂ ਜੀ ਤਾਰਨਗੇ। ਪਹਿਲਾ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਕਾਲ ਕਮਾਈ। ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਅਕਾਲ ਪੁਰਖ ਦੀ ਦਰਗਾਹ ਦੇ ਵਿੱਚੋਂ ਬਖਸ਼ਿਸ਼ ਪ੍ਰਾਪਤ ਕੀਤੀ। ਯਾਨੀ ਕਿ ਜੋ ਅਕਾਲ ਪੁਰਖ ਜੀ ਦਾ ਸਵਰੂਪ ਸੀ ਉਹ ਲੈ ਕੇ ਸੰਸਾਰ ਵਿੱਚ ਆਏ। ਫਿਰ ਬਾਅਦ ਵਿੱਚ ਇਸ ਮਾਤ ਲੋਕ ਦੀ ਧਰਤੀ ਤੇ ਆ ਕੇ ਸਤਿਗੁਰਾਂ ਨੇ ਕਾਲ ਕਮਾਈ ਵੀ ਕੀਤੀ। ਕਿਉਂ ਕੀਤੀ? ਸਤਿਗੁਰੂ ਜੀ ਨੇ ਕਾਲ ਕਮਾਈ ਇਸ ਕਰਕੇ ਕੀਤੀ ਕਿ ਸਾਡੇ ਸਿੱਖਾਂ ਵਿੱਚ ਪਿਰਤ ਪਾਉਣੀ ਸੀ। ਉਹਨਾਂ ਨੂੰ ਤਾਂ ਲੋੜ ਨਹੀਂ ਨਾ ਕਾਲ ਕਮਾਈ ਦੀ।
ਪਰ ਆਪ ਸਤਿਗੁਰੂ ਜੀ ਨੇ ਕਹਾ ਉਹ ਤਾਂ ਪਹਿਲਾਂ ਹੀ ਜੋ ਬਖਸ਼ਿਸ਼ ਲੈਣੀ ਸੀ ਅਕਾਲ ਪੁਰਖ ਕੋਲੋਂ ਸਵਰੂਪ ਲੈਣਾ ਸੀ ਉਹ ਲੈ ਕੇ ਆਏ ਸੰਸਾਰ ਵਿੱਚ, ਪਰ ਉਹਨਾਂ ਨੇ ਕਾਲ ਘਾਲੀ, ਭਾਵ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਦਿੱਤੀ ਪ੍ਰੇਮਾ ਭਗਤੀ ਕਰਨ ਦੀ। ਰੇਤ ਅਕ ਆਹਾਰ ਕਰ ਅਰੋੜਾਂ ਦੀ ਗੁਰ ਕਰੀ ਵਿਛਾਈ। ਬੜੀ ਕਰੜੀ ਘਾਲਣਾ ਘਾਲੀ ਮਹਾਰਾਜ ਜੀ ਨੇ। ਰੇਤ ਤੇ ਅੱਕ ਦਾ ਭੋਜਨ ਕੀਤਾ ਰੋੜੀ ਸਾਹਿਬ, ਜਿੱਥੇ ਗੁਰਦੁਆਰਾ ਰੋੜਾਂ ਦੀ ਸੇਜ ਦੇ ਉੱਤੇ ਬਹਿ ਕੇ ਤਪ ਕੀਤਾ ਹੈ। ਇਹੋ ਜੀ ਭਾਰੀ ਤਪੱਸਿਆ ਭਾਰੀ ਘਾਲਣਾ ਗੁਰੂ ਨਾਨਕ ਸਾਹਿਬ ਨੇ ਘਾਲੀ। ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਓ ਬਣ ਆਈ। ਵੱਡੀ ਭਾਰੀ ਤਪੱਸਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ। ਵੱਡਿਆਂ ਭਾਗਾਂ ਦੇ ਨਾਲ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਬਣ ਆਈ। ਯਾਨੀ ਕਿ ਦੱਸਿਆ ਭਾਈ ਜਿਹੜੇ ਸਾਧਨਾ ਕਰਨਗੇ ਪ੍ਰੇਮਾ ਭਗਤੀ ਕਰਨਗੇ ਉਸ ਦੀ ਕਾਲ ਪਰ ਵਾਹਿਗੁਰੂ ਜੀ ਪ੍ਰਸੰਨ ਹੋਣਗੇ। ਬਾਬਾ ਪੈਦਾ ਸੱਚ ਖੰਡ ਨੌ ਨਿਦ ਨਾਮ ਗਰੀਬੀ ਪਾਈ। ਗੁਰੂ ਬਾਬੇ ਨੂੰ ਸੱਚਖੰਡ ਦੇ ਵਿੱਚੋਂ ਪੱਤ ਦੀ ਪੁਸ਼ਾਕ ਮਿਲੀ, 9 ਨਿਧੀਆਂ, ਨਾਮ ਤੇ ਗਰੀਬੀ, ਨਿਮਰਤਾ ਅਕਾਲ ਪੁਰਖ ਪਰਮੇਸ਼ਰ ਦੇ ਕੋਲੋਂ, ਭਾਵ ਨਾਮ ਗਰੀਬੀ ਤੇ ਪੱਤ ਵਾਹਿਗੁਰੂ ਪਰਮੇਸ਼ਰ ਦੇ ਕੋਲੋਂ। ਨੌਦਾ ਭਗਤੀ ਜਿਹੜੀ ਆ ਉਹ ਦਾਤ ਨਿਧੀਆਂ ਸਹਿਤ ਪਰਮੇਸ਼ਰ ਕੋਲੋਂ ਪ੍ਰਾਪਤ ਕੀਤੀ। ਦੱਸਿਆ ਭਾਈ ਜਿਹੜੇ ਪ੍ਰੇਮਾ ਭਗਤੀ ਕਰਦੇ ਆ ਪਰਮੇਸ਼ਰ ਦੀ ਸਾਧਨਾ ਕਰਦੇ ਆ ਉਹਨਾਂ ਨੂੰ ਇਹ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਜਦੋਂ ਆਪ ਸੰਪੰਨ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਧਿਆਨ ਧਾਰ ਕੇ ਸਾਰੇ ਜਗਤ ਵੱਲ ਨਿਗਾਹ ਮਾਰ ਕੇ ਵੇਖਿਆ ਸਾਰੀ ਧਰਤੀ ਦੇ ਲੋਕ ਜਲ ਰਹੇ ਨੇ ਵਿਸ਼ੇ ਵਿਕਾਰਾਂ ਦੀ ਅੱਗ ਦੇ ਵਿੱਚ, ਜੀਵ ਸੜ ਰਹੇ ਨੇ ਈਰਖਾ ਵਖੀਲੀ ਦੀ ਅੱਗ ਦੇ ਵਿੱਚ, ਧੜੇਬੰਦੀਆਂ ਦੀ ਅੱਗ ਦੇ ਵਿੱਚ, ਦਵੈਸ਼ ਦੀ ਅੱਗ ਦੇ ਵਿੱਚ। ਇਸ ਪ੍ਰਕਾਰ ਨਾਲ ਜੀਵ ਸੜਦੇ ਬਲਦੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵੇਖੇ ਸੰਸਾਰ ਦੇ ਵਿੱਚ। ਬਾਜਹੁ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਵੇਖਿਆ ਗੁਰੂ ਤੋਂ ਬਿਨਾਂ ਸੰਸਾਰ ਦੇ ਵਿੱਚ ਅੰਧਕਾਰ ਹੀ ਅੰਧਕਾਰ ਹੈ। ਸਾਰੀ ਧਰਤੀ ਦੇ ਪ੍ਰਾਣੀ ਹਾਹਾਕਾਰ ਕਰ ਰਹੇ ਨੇ। ਲੋਕਾਂ ਨੂੰ ਹਾਹਾਕਾਰ ਕਰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਕਿ ਹਰ ਪਾਸੇ ਹਾਹਾਕਾਰ ਬਚੀ ਹੋਈ ਹੈ, ਲੋਕ ਦੁਖੀ ਨੇ। ਗੁਰੂ ਤੋਂ ਬਿਨਾਂ ਲੋਕ ਅੰਧੇਰੇ ਵਿੱਚ, ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਖਾ ਰਹੇ ਨੇ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਬਾਬੇ ਨੇ ਫਿਰ ਭੇਖ ਬਣਾਇਆ, ਯਾਨੀ ਕਿ ਉਦਾਸੀਆਂ ਦੀ ਜਿਹੜੀ ਮਰਿਆਦਾ ਸੀ ਉਹ ਗੁਰੂ ਸਾਹਿਬ ਜੀ ਨੇ ਚਲਾਈ ਜੀਵਾਂ ਦੇ ਕਲਿਆਣ ਲਈ। ਸ੍ਰੀ ਸੁਲਤਾਨਪੁਰ ਸਾਹਿਬ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੀ ਪਹਿਲੀ ਉਦਾਸੀ ਪ੍ਰਾਰੰਭ ਕੀਤੀ। ਉਦਾਸੀ ਦਾ ਮਤਲਬ ਹੁੰਦਾ ਯਾਤਰਾ ਕਰਨੀ ਬਿਨਾਂ ਕਿਸੇ ਕਾਂਖਾ ਤੋਂ, ਕਿਸੇ ਪਦਾਰਥ ਦੀ ਤਾਂਘ ਤੋਂ। ਸੰਸਾਰ ਦਾ ਭਰਮਣ ਮਹਾਰਾਜ ਜੀ ਨੇ ਕੀਤਾ, ਉਦਾਸੀਆਂ ਕੀਤੀਆਂ। ਉਪਰਾਮਤਾ ਸਹਿਤ ਸੰਸਾਰ ਦੇ ਜੀਵਾਂ ਨੂੰ ਆਪ ਵਿਚਰ ਕੇ ਥਾਂ ਪਰ ਥਾਂ ਜਾ ਕੇ ਜੀਵਾਂ ਦੀ ਸਤਿਗੁਰੂ ਜੀ ਨੇ ਕਲਿਆਣ ਕੀਤੀ। ਚੜਿਆ ਸੋਧਣ ਧਰਤ ਲੁਕਾਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਧਰਤੀ ਦੀ ਲੁਕਾਈ ਨੂੰ ਸੋਧਣ ਵਾਸਤੇ, ਸੰਸਾਰ ਦੇ ਜੀਵਾਂ ਦਾ ਭਲਾ ਕਰਨ ਵਾਸਤੇ ਚੜ੍ਹੇ ਸ੍ਰੀ ਸੁਲਤਾਨਪੁਰ ਸਾਹਿਬ ਤੋਂ। ਉਦਾਸੀ ਦੀ ਮਰਿਆਦਾ ਇਸ ਪ੍ਰਕਾਰ ਨਾਲ ਵੀ ਹੈ। ਉਦਾਸੀ ਇਸ ਕਰਕੇ ਵੀ ਕਿਹਾ ਜਾਂਦਾ ਵੀ ਘਰ-ਬਾਰ ਦਾ ਤਿਆਗ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਪਰਿਵਾਰ ਨੂੰ ਛੱਡ ਕੇ ਉਪਰਾਮ ਹੋ ਕੇ ਗਏ। ਬਹੁਤ ਰਾਜਿਆਂ ਨੇ, ਬਹੁਤ ਸਾਰਿਆਂ ਲੋਕਾਂ ਨੇ ਗੁਰੂ ਸਾਹਿਬ ਨੂੰ ਰਾਜ ਭਾਗ ਪਦਾਰਥ ਦੇਣ ਦਾ ਯਤਨ ਕੀਤਾ, ਮਹਾਰਾਜ ਸਾਡੇ ਕੋਲ ਹੀ ਰਹੋ। ਪਰ ਗੁਰਦੇਵ ਉਹ ਸਾਰਾ ਕੁਝ ਹੀ ਦਾਨ ਕਰਕੇ ਅੱਗੇ ਚੱਲ ਪੈਂਦੇ ਆ। ਇਸ ਕਰਕੇ ਉਦਾਸੀਆਂ ਦੀ ਰੀਤ ਦੇ ਮੁਤਾਬਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦਾ ਭਰਮਣ ਕੀਤਾ, ਸੰਸਾਰ ਵਿੱਚ ਚੱਲੇ। ਬਾਬਾ ਆਇਆ ਤੀਰਥ ਪੁਰਬ ਸਭੇ ਫਿਰ ਦੇਖੇ। ਮਹਾਰਾਜ ਜੀ ਨੇ ਫਿਰ ਤੀਰਥਾਂ ਦੇ ਉੱਤੇ ਆਉਣਾ ਕੀਤਾ। ਤੀਰਥਾਂ ਦੇ ਉੱਤੇ ਪ੍ਰੇਮ ਦੀ ਸੁੰਝ ਵੇਖੀ, ਖਾਲੀਪਨ ਵੇਖਿਆ। ਜਦੋਂ ਤੀਰਥਾਂ ਤੇ ਆਏ, ਤੀਰਥ ਪੁਰਬ ਤੀਰਥਾਂ ਦੇ ਦਿਨਾਂ ਤਿਉਹਾਰਾਂ ਤੇ ਕੁੰਭ ਦੇ ਉੱਤੇ, ਜਿਵੇਂ ਸੂਰਜ ਗ੍ਰਹਿਣ ਦਾ ਮੇਲਾ ਕੁਰਸ਼ੇਤਰ ਲੱਗਾ ਸੀ ਉੱਥੇ ਗਏ, ਹਰਿਦੁਆਰ ਮੇਲਾ ਲੱਗਾ ਸੀ ਉੱਥੇ ਗਏ। ਉਹਨਾਂ ਤੀਰਥਾਂ ਦੇ ਉੱਤੇ ਮਹਾਰਾਜ ਜੀ ਨੇ ਫਿਰ ਕੇ ਲੋਕਾਂ ਦੀ ਦਸ਼ਾ ਵੇਖੀ। ਪੂਰਬ ਧਰਮ ਬਹੁ ਕਰਮ ਕਰ ਭਾਉ ਭਗਤ ਬਿਨ ਕਿਤੇ ਨਾ ਲੇਖੈ। ਹੁਣ ਉਹ ਪੁਰਬ ਧਰਮ ਤਾਂ ਕਰ ਰਹੇ ਸਨ, ਕੋਈ ਕੁਰਸ਼ੇਤਰ ਤੇ ਸੂਰਜ ਗ੍ਰਹਿਣ ਦਾ ਮੇਲਾ ਲਾ ਕੇ ਪੁਰਬਾਂ ਦਾ ਉਹਦੇ ਨਾਲ ਕਰਮ ਕਾਂਡ ਕਰਾ ਰਹੇ ਸਨ।
ਪਰ ਜਿਹੜੀ ਪ੍ਰੇਮਾ ਭਗਤੀ ਸੀ ਵਾਹਿਗੁਰੂ ਪਰਮੇਸ਼ਰ ਦੀ, ਉਹ ਪ੍ਰੇਮਾ ਭਗਤੀ ਨਹੀਂ ਸੀ ਉਹਨਾਂ ਵਿੱਚ। ਪ੍ਰੇਮਾ ਭਗਤੀ ਤੋਂ ਬਿਨਾਂ ਉਹ ਜਿਹੜੇ ਕਰਮ ਕਾਂਡ ਸਨ ਉਹ ਕਿਸੇ ਲੇਖੇ ਵਿੱਚ ਨਹੀਂ ਸਨ ਪੈਂਦੇ। ਮਹਾਰਾਜ ਜੀ ਨੇ ਵੇਖੇ। ਭਾਉ ਨਾ ਬ੍ਰਹਮੈ ਲਿਖਿਆ, ਚਾਰ ਵੇਦ ਸਿਮਰਤ ਪੜ ਪੇਖੈ। ਕਹਿੰਦੇ ਚਾਰ ਵੇਦ ਸਿਮਰਤੀਆਂ ਪੜ ਕੇ ਵੇਖ ਲੈਂਦੇ ਸਨ ਬ੍ਰਾਹਮਣ ਲੋਕ, ਪਰ ਜਿਹੜਾ ਬ੍ਰਹਮਾ ਜੀ ਨੇ ਪ੍ਰੇਮਾ ਭਾਵ ਦੀ ਗੱਲ ਉਹ ਉਹਨਾਂ ਨੂੰ ਨਜ਼ਰ ਹੀ ਨਹੀਂ ਆਈ। ਉਹਨਾਂ ਗ੍ਰੰਥਾਂ ਦੇ ਵਿੱਚ, ਵੇਦਾਂ ਸ਼ਾਸਤਰਾਂ ਦੇ ਵਿੱਚ ਪ੍ਰੇਮਾ ਭਾਵ ਦੇ ਉੱਤੋਂ ਬਿਨਾਂ ਸਖਣੇ ਸੰਸਾਰ ਦੇ ਵਿੱਚ ਚੱਲਦੇ ਰਹੇ। ਢੂੰਡੀ ਸਗਲੀ ਪ੍ਰਿਥਵੀ, ਸਤਜੁਗ ਆਦ ਦੁਆਪਰ ਤ੍ਰੇਤੈ। ਸਾਰੀ ਪ੍ਰਿਥਵੀ ਢੂੰਡੀ, ਸਤਜੁਗ ਦੁਆਪਰ ਤ੍ਰੇਤੇ, ਤਿੰਨਾਂ ਯੁੱਗਾਂ ਦੇ ਵੇਖੇ ਜਿਹੜੇ ਹਾਲਾਤ ਪੜਤਾਲੇ ਵੇਖੇ। ਕਾਲ ਯੁਗ ਧੁੰਦੂ ਕਾਰ ਹੈ, ਪਰਮ ਭੁਲਾਈ ਬਹੁ ਵਿਦ ਭੇਖੈ। ਕਾਲਯੁਗ ਵਿੱਚ ਵੀ ਸਹੀ ਕੀਤਾ ਕਿ ਧੁੰਦਕਾਰ ਹੀ ਹੈ ਸੰਸਾਰ ਦੇ ਵਿੱਚ, ਸਗੋਂ ਭੇਖਾਂ ਨੇ ਹੋਰ ਭਰਮਾਂ ਦੇ ਵਿੱਚ ਦੁਨੀਆ ਨੂੰ ਭੁਲਾ ਛੱਡਿਆ ਹੋਇਆ। ਭੇਖੀ ਪ੍ਰਭੂ ਨਾ ਪਾਈਐ, ਆਪ ਗਵਾਏ ਰੂਪ ਨਾ ਰੇਖੈ। ਕੇਵਲ ਬਾਹਰ ਦੇ ਭੇਖਾਂ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਭਾਈ ਗੁਰਦਾਸ ਜੀ ਕਹਿੰਦੇ ਆ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ। ਜੇ ਕੇਵਲ ਵਿਖਾਵੇ ਵਾਸਤੇ ਭੇਖ ਬਣਾਇਆ, ਉਹਨਾਂ ਭੇਖਾਂ ਨਾਲ ਰੱਬ ਨਹੀਂ ਮਿਲਦਾ ਜਦੋਂ ਤੱਕ ਆਪਣਾ ਆਪ ਨਹੀਂ ਗਵਾਉਂਦੇ। ਜਦੋਂ ਆਪਣਾ ਆਪ ਗਵਾਓਗੇ ਰੂਪ ਨਾ ਰੇਖਾ, ਉੱਥੇ ਤਾਂ ਫਿਰ ਕੋਈ ਬਾਹਰ ਦਾ ਕੋਈ ਰੂਪ ਰੇਖ ਹੁੰਦਾ ਹੀ ਨਹੀਂ, ਚਿੰਨ੍ਹ ਵਰਨ ਹੁੰਦਾ ਹੀ ਨਹੀਂ, ਆਤਮਾ ਪ੍ਰਕਾਸ਼ ਰੂਪ ਹੈ। ਕਹਿੰਦੇ ਭੇਖਾਂ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਜੇ ਕੇਵਲ ਵਿਖਾਵੇ ਵਾਸਤੇ ਕੀਤੇ ਜਾਣ, ਜੇ ਆਪਣਾ ਆਪ ਗਵਾਏ ਹੀ ਨਾ, ਤੇ ਜਦੋਂ ਆਪਣਾ ਆਪਾ ਗਵਾਓਗੇ ਫਿਰ ਪਤਾ ਲੱਗੇਗਾ ਕਿ ਭਾਈ ਉਹ ਆਤਮਾ ਨਿਰਾਕਾਰ ਹੈ, ਉਹਦਾ ਕੋਈ ਰੂਪ ਰੰਗ ਚਿਹਨ ਵਰਣ ਨਹੀਂ ਹੈ। ਗੁਰਮੁਖ ਵਰਨ ਅਵਰਨ ਹੋਏ, ਨਿਵ ਚੱਲਣਾ ਗੁਰ ਸਿੱਖ ਵਿਸਿਖੈ। ਗੁਰਮੁਖ ਵਰਨ ਹੋਵੇ ਭਾਵੇਂ ਅਵਰਨ ਹੋਵੇ, ਯਾਨੀ ਕਿ ਨੀਚ ਜਾਤ ਦਾ ਹੋਵੇ ਤੇ ਭਾਵੇਂ ਉੱਚੀ ਜਾਤ ਦਾ, ਸਮਾਜ ਦੀ ਦ੍ਰਿਸ਼ਟੀ ਵਿੱਚ ਵੀ ਇਹ ਕੋਈ ਕਹੇ ਵੀ ਆ ਜੀ ਨੀਵੀਂ ਜਾਤ ਹੈ ਜੀ, ਉੱਚੀ ਜਾਤ ਦਾ ਗੁਰਮੁਖ ਹੈ, ਐਸਾ ਲੋਕ ਕਹਿੰਦੇ ਹੋਣ, ਪਰ ਗੁਰਸਿੱਖ ਕਦੇ ਵੀ ਭਾਵੇਂ ਉੱਚੀ ਜਾਤੀ ਦੇ ਵਿੱਚ ਵੀ ਜੰਮਿਆ ਹੋਵੇ ਨਾ, ਤੇ ਫਿਰ ਵੀ ਅਵਰਨ ਕਹੀਏ ਨੀਵਾਂ ਬਣ ਕੇ ਰਹਿੰਦਾ, ਨਿਮਰਤਾ ਸਹਿਤ ਹਲੀਮੀ ਸਹਿਤ ਸੰਸਾਰ ਦੇ ਵਿੱਚ ਰਹਿੰਦਾ। ਭਾਵੇਂ ਉੱਚੀ ਜਾਤੀ ਦੇ ਵਿੱਚ ਵੀ ਜੰਮਿਆ ਹੋਵੇ, ਆਪਣੀ ਜਾਤੀ ਦਾ ਅਪਮਾਨ ਨਹੀਂ ਕਰਦਾ ਗੁਰਮੁਖ। ਤੋ ਇਸ ਪ੍ਰਕਾਰ ਨਾਲ ਗੁਰਮੁਖ ਦੀ ਤਾਂ ਇਹ ਦ੍ਰਿਸ਼ਟੀ ਹੈ ਵੀ ਜਿਹੜੇ ਰੱਬ ਨੂੰ ਭੁਲਾ ਦਿੰਦੇ ਆ ਉਹਨਾਂ ਦੀ ਨੀਚ ਜਾਤ ਹੈ, ਜਿਹੜੇ ਰੱਬ ਨੂੰ ਚੇਤੇ ਕਰਦੇ ਆ ਉਹਨਾਂ ਦੀ ਉੱਤਮ ਜਾਤ ਹੈ। ਹਾਂਜੀ। ਤਾ ਕਛ ਘਾਲ ਪਵੈ ਦਰ ਲਿਖੈ। ਕਹਿੰਦੇ ਜਦੋਂ ਕੋਈ ਇਸ ਤਰ੍ਹਾਂ ਨਿਮਰਤਾ ਸਹਿਤ ਭਗਤੀ ਭਾਵਨਾ ਨਾਲ ਚੱਲਦਾ ਤੇ ਫਿਰ ਉਹਨਾਂ ਦੀ ਘਾਲਣਾ ਜਿਹੜੀ ਹੈ ਉਹ ਅਕਾਲ ਪੁਰਖ ਪਰਮੇਸ਼ਰ ਦੇ ਦਰ ਦੇ ਉੱਤੇ ਪ੍ਰਵਾਨ ਹੁੰਦੀ ਹੈ। ਵਾਹਿਗੁਰੂ ਲੇਖੇ ਵਿੱਚ ਲਾਉਂਦਾ ਉਹਨਾਂ ਦੀ ਘਾਲਣਾ, ਨਹੀਂ ਤਾਂ ਹੰਕਾਰ ਸਹਿਤ ਕੀਤੇ ਕਰਮ ਲੇਖੇ ਵਿੱਚ ਨਹੀਂ ਲੱਗਦੇ। ਉਹਦੇ ਨਾਲ ਸਗੋਂ ਜੀਵ ਦਾ ਅੰਤਸ਼ਕਰਨ ਹੋਰ ਜ਼ਿਆਦਾ ਮਲੀਨ ਹੁੰਦਾ ਹੈ। ਜਗਤ ਗੁਰੂ ਬਾਬਾ ਜੀ ਸੰਸਾਰ ਦੇ ਵਿੱਚ ਵਿਚਰੇ ਨੇ, ਭਰਮਣ ਕੀਤਾ ਹੈ। ਉਹ ਕਥਾਵਾਂ ਆਪਾਂ ਅਗਲੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ। ਸਾਧ ਸੰਗਤ ਜੀ ਬੇਨਤੀ ਹੈ ਕਿ ਕਥਾ ਦੀ ਰਿਕਾਰਡਿੰਗ ਕਰਕੇ ਅਸੀਂ ਇਸ ਸਮੇਂ ਪਾ ਦਿਆ ਕਰਾਂਗੇ। ਲਾਈਵ ਦੀਆਂ ਕੁਝ ਸਮੱਸਿਆਵਾਂ ਆ ਰਹੀਆਂ ਨੇ, ਉਹ ਸਹੀ ਢੰਗ ਦਾ ਨਾਲ ਨਹੀਂ ਆ ਰਹੀ, ਕਿਤੇ ਨੈੱਟ ਦੀ ਸਮੱਸਿਆ ਆਉਂਦੀ ਹੈ। ਇਹ ਦੁਨਿਆਵੀ ਖੇਡਾਂ ਇਸੇ ਤਰ੍ਹਾਂ ਦੀਆਂ ਹੀ ਹੁੰਦੀਆਂ ਨੇ, ਇਸ ਕਰਕੇ ਉਹ ਰਿਕਾਰਡ ਕਰਕੇ ਅਸੀਂ ਇਸ ਟਾਈਮ ਰੋਜ਼ ਨੂੰ ਕਥਾ ਜਿਹੜੀ ਹੈ ਸ਼ਾਮ ਨੂੰ 7:15 ਵਜੇ ਜਾਂ 7:30 ਵਜੇ ਪਾ ਦਿਆ ਕਰਾਂਗੇ। ਆਪ ਜੀ ਉਹਦੇ ਤੋਂ ਲਾਭ ਪ੍ਰਾਪਤ ਕਰੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।